ਉਹਨੂੰ ਆਪਣੀ ਵਿਰਾਸਤ ਦਾ ਨਹੀਂ ਪਤਾ। ਮੈਨੂੰ ਯਾਦ ਆ ਗਿਆ ਵਿਰਾਸਤ ਦੀ ਗੱਲ ਕਰਦੇ ਹਾਂ ਕਿ 2018 ਦੀ ਗੱਲ ਹੈ, ਮੈਂ ਉਦੋਂ ਕੈਂਬਰਿਜ ਯੂਨੀਵਰਸਿਟੀ 'ਚ ਬੇਸਿਕ ਸਾਇੰਟਿਸਟ ਕੰਮ ਕਰਦਾ ਸੀਗਾ ਤੇ ਇੱਕ ਦਿਨ ਸਵੇਰ ਵੇਲੇ ਮੈਂ ਆਪਣੇ ਸੁਭਾਅ ਮੁਤਾਬਕ ਸਵੇਰੇ ਸੈਰ ਕਰਦੇ ਰਨਿੰਗ ਕਰ ਰਿਹਾ ਸੀ ਕੈਂਬਰਿਜ ਦੀਆਂ ਸੜਕਾਂ ਦੇ ਉੱਤੇ। ਅੱਗੇ ਇੱਕ ਗੋਰਾ ਆਇਆ, ਬਜ਼ੁਰਗ, ਉਹਦੀ ਉਮਰ ਅੰਦਾਜ਼ਨ ਮੇਰਾ ਖਿਆਲ 90 ਸਾਲ ਦੇ ਕਿਤੇ ਅਗੜ ਪਿਛੜ, ਤੇ ਉਹ ਦੂਰੋਂ ਹੀ ਮੈਨੂੰ ਦੇਖ ਕੇ ਬੜੀ ਸੋਹਣੀ ਉਹਨੇ ਸਮਾਈਲ ਦਿੱਤੀ ਤੇ ਮੇਰੇ ਕੋਲੋਂ ਲੰਘਿਆ, ਬੜਾ ਹੀ ਸਤਿਕਾਰ ਦੇ ਕਿਤੇ ਝੁੱਕ ਕੇ ਮੇਰੇ ਕੋਲੋਂ ਲੰਘ ਗਿਆ। ਤੇ ਜਦੋਂ ਮੇਰੇ ਕੋਲ ਲੰਘਿਆ ਮੈਂ ਪਿਛਾਂਹ ਮੁੜ ਕੇ ਦੇਖਿਆ, ਮੈਂ ਕਿਹਾ ਸ਼ਾਇਦ ਮੈਨੂੰ ਜਾਣਦਾ ਹੋ ਤੇ ਰੁਕੂਗਾ। ਉਹ ਬਜ਼ੁਰਗ ਨੇ ਕੁਝ ਨਹੀਂ ਦੇਖਿਆ ਤੇ ਗਾਹਾਂ ਲੰਘ ਤੁਰਿਆ। ਮੈਂ ਬੜਾ ਹੈਰਾਨ ਵੀ ਯਾਰ ਇਹ ਬੰਦਾ ਬੜਾ ਸਤਿਕਾਰ ਦੇ ਕੇ ਲੰਘਿਆ ਤੇ ਹੈ ਕੌਣ ਸੀ। ਨੈਕਸਟ ਡੇ ਫਿਰ ਉਹੀ ਭਾਣਾ ਵਰਤਿਆ। ਉਹ ਬਜ਼ੁਰਗ ਗੋਰਾ ਫਿਰ ਆਇਆ ਤੇ ਉਹਨੇ ਮੈਨੂੰ ਉਸੇ ਥਾਂ ਤੇ ਅਸੀਂ ਮਿਲੇ ਉਹਦੇ ਅੱਗੇ ਪਿੱਛੇ, ਤੇ ਉਹਨੇ ਫਿਰ ਉੱਦਾਂ ਦਾ ਹੀ ਬੜੀ ਮਿੱਠੀ ਸਮਾਈਲ ਤੇ ਬੜਾ ਝੁੱਕ ਕੇ ਲੰਘਿਆ। ਇਹ ਕੰਮ 3-4 ਦਿਨ ਚੱਲਦਾ ਰਿਹਾ। ਉਦੋਂ ਬਾਅਦ ਸੰਡੇ ਆ ਗਿਆ ਤੇ ਮੈਂ ਉਦੋਂ ਕੀ ਕੀਤਾ, ਮੈਂ ਫਿਰ ਜਦੋਂ ਉਹ ਬਜ਼ੁਰਗ ਸਾਹਮਣੇ ਭੱਜਿਆ ਆ ਰਿਹਾ ਸੀ ਨਾ, ਮੈਂ ਉਹਦੇ ਸਾਹਮਣੇ ਆਏਂ ਕਰਕੇ ਖੜ ਗਿਆ। ਮੈਂ ਕਿਹਾ ਅੱਜ ਇਹਨੂੰ ਰੋਕ ਹੀ ਲਈਏ, ਭਰਾ ਤੂੰ ਇੰਨਾ ਪਿਆਰ ਸਤਿਕਾਰ ਦਿੰਦਾ, ਨਮਸਕਾਰ ਕਰਕੇ ਜਾਣਾ, ਤੇ ਇਹ ਕਹਾਣੀ ਹੈ ਕਿ ਮੈਂ ਤੈਨੂੰ ਪਛਾਣ ਨਹੀਂ ਪਾ ਰਿਹਾ, 4-5 ਦਿਨ ਹੋ ਗਏ ਤੇ ਤੂੰ ਕੌਣ ਹੈ ਤੇ ਆਪਣਾ ਕੀ ਸਾਡਾ ਕੋਈ ਸਬੰਧ ਹੈ, ਸਾਡੀ ਕੋਈ ਜਾਣ ਪਹਿਚਾਣ ਹੈ। ਮੈਂ ਹੱਥ ਕਰਕੇ ਖੜ ਗਿਆ। ਉਹਨੇ ਆ ਕੇ ਆਪਣੇ ਹੱਥ ਮੇਰੇ ਜ਼ੋਰ ਦੀ ਮਾਰੇ, ਕਹਿੰਦਾ ਚੀਅਰਸ, ਬੜਾ ਖੁਸ਼। ਤੇ ਮੈਂ ਕਿਹਾ ਸਰ ਇਫ ਯੂ ਹੈਵ ਸਮ ਟਾਈਮ ਆਈ ਵਾਂਟ ਟੂ ਸਿਟ ਵਿਦ ਯੂ। ਸੋ ਕਹਿੰਦਾ ਆਈ ਐਮ ਫਰੀ, ਟੋਟਲੀ ਫਰੀ। ਜਿਵੇਂ ਡਾਕਟਰ ਕੰਗ ਬੋਲਦੇ ਨੇ ਨਾ, ਉਹਦੀ ਆਵਾਜ਼ ਵਾਂਗੂ ਇਹ ਵੀ ਉੱਥੇ ਪੜ੍ਹੇ ਨੇ, ਇਹਨਾਂ ਦੀ ਆਵਾਜ਼ ਬੜਾ ਠਰਮਾ ਤੇ ਸਹਿਜ ਜਿਹਾ ਇੱਦਾਂ ਦੀ ਆਵਾਜ਼, ਕਹਿੰਦਾ ਟੋਟਲੀ ਫਰੀ। ਅਸੀਂ ਉਹ ਕੈਮਰੇ ਦੀ ਸੜਕਾਂ ਤੇ ਉਹ ਬਗੀਚੇ 'ਚ ਸਾਈਡ ਤੇ ਬੈਠ ਕੇ, ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਬੜੀਆਂ ਲੰਮੀਆਂ ਗੱਲਾਂ ਕੀਤੀਆਂ, ਮੈਨੂੰ ਸਮਾਂ ਨਹੀਂ ਮਿਲ ਰਿਹਾ। ਮੈਂ ਉਹਦੇ ਉੱਤੇ ਭਾਵੇਂ ਇੱਕ ਛੋਟਾ ਕਿਤਾਬਚਾ ਹੀ ਲਿਖ ਦੇਵਾਂ, ਬੜਾ ਕੁਛ ਮੈਨੂੰ ਤੋਂ ਸਿੱਖਣ ਨੂੰ ਮਿਲਿਆ, ਪਰ ਮੈਂ ਸਿਰਫ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਪਹਿਲਾ ਸਵਾਲ ਮੈਂ ਕੀਤਾ, ਮੈਂ ਕਿਹਾ ਸਰ ਤੁਸੀਂ ਮੈਨੂੰ ਰੋਜ਼ ਸਲੂਟ ਕਰਕੇ ਸਲਾਮ ਕਰਕੇ ਲੰਘਦੇ ਹੋ, ਕਾਰਨ ਕੀ ਹੈ? ਆਈ ਡੋਂਟ ਸਲੂਟ ਯੂ, ਆਈ ਸਲੂਟ ਯੂ ਟਰਬਨ। ਆਈ ਹੈਵ ਰੈਡ ਦ ਹਿਸਟਰੀ ਆਫ ਟਰਬਨ। I have great salute for Guru Gobind Singh, turban of Guru Gobind Singh। ਕਮਾਲ ਦੀ ਗੱਲ, ਕਈ ਗੱਲਾਂ ਹੋਈਆਂ। ਦੂਜਾ ਸਵਾਲ, ਮੈਂ ਕਿਹਾ ਸਰ ਮੈਂ ਕੈਂਬਰਿਜ ਵਿੱਚ ਪੜ੍ਹਾਉਣਾ 3 ਮਹੀਨੇ ਹੋ ਗਏ ਮੈਨੂੰ ਇੱਥੇ ਕੰਮ ਕਰਦਿਆਂ। ਮੈਂ ਆਈ ਐਮ ਹਾਈਲੀ ਇੰਪ੍ਰੈਸਡ। ਤੁਹਾਡੇ ਚੋਂ ਬਹੁਤ ਸਾਡੇ ਡਾਕਟਰ ਔਲਖ ਨੇ, ਡਾਕਟਰ ਗੁਰਸ਼ਰਨ ਸਿੰਘ ਮੰਚ ਦੇ ਬੈਠੇ ਆ, ਦੁਨੀਆ 'ਚ ਇਹਨਾਂ ਨੇ ਕੰਮ ਕੀਤਾ। ਡਾਕਟਰ ਇੰਦਰਜੀਤ ਸਿੰਘ ਬੜੇ ਵੱਡੇ ਵਿਗਿਆਨੀ ਨੇ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਇਹਨਾਂ ਨੇ ਕੰਮ ਕੀਤਾ। ਮੈਂ ਕਿਹਾ ਯਾਰ ਥੋੜਾ ਕੈਂਬਰਿਜ ਦਾ, ਪੜ੍ਹਾਈ ਦਾ, ਐਜੂਕੇਸ਼ਨ ਦਾ, ਡਿਸਿਪਲਿਨ ਦਾ, ਪ੍ਰੋਫੈਸਰਾਂ ਦਾ, ਸਟੂਡੈਂਟਸ ਦਾ ਜਿਹੜਾ ਡਿਸਿਪਲਿਨ ਹੈ, ਆਈ ਐਮ ਹਾਈਲੀ ਇੰਪ੍ਰੈਸਡ। ਮੈਂ ਕਿਹਾ ਤੁਸੀਂ ਇਹ ਬਣਾਇਆ ਕਿਵੇਂ, ਮੈਨੂੰ ਇਹ ਸਮਝਾਓ। ਮੈਂ ਹਰ ਗੱਲ ਨੂੰ ਆਪਣੀ PhD ਨਾਲ ਰਿਲੇਟ ਕਰਦਾ ਕਿ ਇੱਥੋਂ ਕੰਮ ਕਰਕੇ ਜਦੋਂ ਮੈਂ PhD ਵਿੱਚ ਜਾਊਂਗਾ, ਉੱਥੇ ਕੋਈ ਜੇ ਮੇਰੇ ਵੱਸ 'ਚ ਹੋਇਆ ਤਾਂ ਮੈਂ ਇੱਦਾਂ ਦਾ ਮਾਹੌਲ ਤਿਆਰ ਕਰੂੰਗਾ। ਪਰ ਮੈਨੂੰ ਦੱਸੋ ਤੁਸੀਂ ਇਹ ਕੀਤਾ ਕਿਵੇਂ ਹੈ ਤੇ ਮੈਂ ਕੁਝ ਸਿੱਖ ਸਕਾਂ। ਮੇਰਾ ਇਹ ਸਵਾਲ ਕਰਨ ਦੀ ਦੇਰ ਸੀ ਪਿਆਰ ਵਾਲਿਓ, ਮੈਨੂੰ ਉਹ ਵਕਤ ਨਹੀਂ ਭੁੱਲਦਾ, ਅੱਜ ਤੱਕ ਨਹੀਂ ਭੁੱਲਦਾ। ਮੇਰੀ ਜ਼ਿੰਦਗੀ ਦਾ ਬਹੁਤ ਅਹਿਮ ਸਮਾਂ ਹੈ। ਉਹਦੀਆਂ ਅੱਖਾਂ ਦੇ ਵਿੱਚੋਂ ਮੈਂ ਤੁਪ ਕੇ ਡਿੱਗਦੇ ਥੱਲੇ ਦੇਖੇ। ਇੱਕਦਮ ਉਹਨੇ ਆਪਣੀਆਂ ਅੱਖਾਂ ਸਾਫ਼ ਕੀਤੀਆਂ। ਮੈਂ ਕਿਹਾ ਸਰ ਮੈਂ ਕੁਝ ਗਲਤ ਕਹਿ ਦਿੱਤਾ ਤੁਹਾਨੂੰ? ਮੈਂ ਸਿਰਫ ਇਹ ਪੁੱਛਿਆ ਤੁਸੀਂ ਕੈਂਬਰਿਜ ਦਾ ਇੰਨਾ ਵਧੀਆ ਮਾਹੌਲ ਕਿਵੇਂ ਤਿਆਰ ਕੀਤਾ? ਮੈਂ ਆਪਣੇ PhD ਵਿੱਚ ਵੀ ਚਾਹੁੰਦਾ ਇੱਦਾਂ ਦਾ ਮਾਹੌਲ ਉੱਥੇ ਕਿਉਂ ਨਹੀਂ? ਤੁਸੀਂ ਇਹ ਕਿੱਥੋਂ ਲਿਆ? ਅੱਖਾਂ ਸਾਫ਼ ਕਰਕੇ ਕਹਿੰਦਾ ਸੌਰੀ ਸੌਰੀ। 3 ਵਾਰ ਉਹਨੇ ਸੌਰੀ 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 ਸੌਰੀ। Our ancestors betrayed you, Mr. Singh. We borrowed it from Punjab. My goodness, ਮੇਰੇ ਪੈਰਾਂ ਤੋਂ ਜ਼ਮੀਨ ਨਿਕਲੀ। ਮੇਰੇ ਚਿਹਰੇ ਤੋਂ ਮੇਰੀ ਜ਼ੁਬਾਨ ਨਹੀਂ ਚੱਲ ਰਹੀ ਸੀ, ਪਰ ਮੇਰੇ ਚਿਹਰੇ ਤੇ ਸਵਾਲ ਸਨ। Who borrowed? When borrowed? How borrowed? ਉਸ ਗੋਰੇ ਨੇ ਸਭ ਕੁਝ ਪੜ੍ਹ ਲਿਆ। Dr. Singh, I know what you are going to ask me. The story starts from 1809. Sir Metcalfe was at Amritsar to sign the first treaty with Maharaja Ranjit Singh. ਉਹਨੇ ਆਪਣੀ ਗਾਥਾ ਅੰਗਰੇਜ਼ੀ ਵਿੱਚ ਸੁਣਾਈ। ਮੈਂ ਤੁਹਾਨੂੰ ਉਰਥਾ ਕਰਕੇ ਸੁਣਾਉਣਾ, ਉਹਦੀ ਆਪਣੀ ਜ਼ੁਬਾਨ 'ਚ ਗੱਲ ਸੋਹਣੀ ਕਹੀ ਜਾਂਦੀ ਹੈ। ਕਹਿੰਦਾ ਗੱਲ 1809 ਦੀ ਹੈ। ਮੈਟਕੈਲਫ ਅੰਮ੍ਰਿਤਸਰ ਉਤਰਿਆ, ਅੰਮ੍ਰਿਤਸਰ ਪਹੁੰਚਿਆ ਰਣਜੀਤ ਸਿੰਘ ਨਾਲ ਇੱਕ ਸੰਧੀ ਕਰਨ ਵਾਸਤੇ। ਪਹਿਲੀ ਸੰਧੀ ਬ੍ਰਿਟੇਨ ਤੇ ਇੰਡੀਆ, ਬ੍ਰਿਟੇਨ ਤੇ ਪੰਜਾਬ ਦੀ। ਇੰਡੀਆ ਤਾਂ ਉਸ ਵੇਲੇ ਇੱਕ ਵੱਖਰਾ ਦੇਸ਼ ਸੀ ਨਾ, ਪੰਜਾਬ ਇੱਕ ਵੱਖਰਾ ਦੇਸ਼ ਸੀ। ਕਹਿੰਦੇ ਉਸ ਸੰਧੀ ਦੇ ਵਿੱਚ ਲਗਭਗ 7 ਦਿਨ ਉਹ ਅੰਮ੍ਰਿਤਸਰ ਰਿਹਾ ਤੇ ਕੁਝ ਦਿਨ ਉਹਨੇ ਲਾਹੌਰ ਵੀ ਬਤੀਤ ਕੀਤੇ। ਤੇ ਉਹ 3 ਗੱਲਾਂ ਉੱਥੋਂ ਉਹਨੇ ਸਿੱਖੀਆਂ ਤੇ ਉਹਨੇ ਪਾਰਲੀਮੈਂਟ, ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਮੈਟਕੈਲਫ ਨੇ ਕਹੀਆਂ। ਕਹਿੰਦਾ ਉੱਥੋਂ ਇਹ ਕਹਾਣੀ ਸ਼ੁਰੂ ਹੋਈ। ਪਹਿਲੀ ਗੱਲ ਮੈਟਕੈਲਫ ਨੇ ਕਹੀ, ਕਹਿੰਦਾ ਵੀ ਮੈਂ ਪੰਜਾਬ 'ਚ ਦੇਖ ਕੇ ਆਇਆ ਵੀ ਹਰ ਪਿੰਡ ਦੇ ਵਿੱਚ, ਸੱਥਾਂ ਦੇ ਵਿੱਚ, ਸਕੂਲਾਂ ਦੇ ਵਿਹੜਿਆਂ ਵਿੱਚ ਘੜੀਆਂ ਲੱਗੀਆਂ ਨੇ, ਸੂਰਜੀ ਘੜੀਆਂ। ਕਹਿੰਦਾ ਉਦੋਂ ਇੰਗਲੈਂਡ ਦੇ ਵਿੱਚ ਘੜੀਆਂ ਦਾ ਰਿਵਾਜ ਨਹੀਂ ਸੀਗਾ। ਕਹਿੰਦਾ ਤੁਹਾਡਾ ਇੱਕ ਗੋਲਡਨ ਟੈਂਪਲ ਹੈ, ਉਹਦੇ ਵਿੱਚ ਟਾਈਮ ਦੇ ਹਿਸਾਬ ਨਾਲ ਮਿਊਜ਼ਿਕ ਦੀਆਂ ਮੈਲੋਡੀ ਚੇਂਜ ਹੁੰਦੀਆਂ ਨੇ, ਵੱਖਰੇ ਰਾਗ ਗਾਏ ਜਾਂਦੇ ਨੇ, ਘੜੀਆਂ ਸੂਰਜੀ ਲੱਗੀ ਹੋਈ ਹੈ ਉੱਤੇ। ਆਪਾਂ ਅੱਜ ਵੀ ਦੇਖਦੇ ਹਾਂ ਪ੍ਰਕਰਮਾਂ ਦੇ ਖੱਬੇ ਹੱਥ ਭਾਈ ਇੱਕ ਕਾਰੀਗਰ ਸੀ ਲਹਿਣਾ ਸਿੰਘ, ਕਾਰੀਗਰ ਕਿਉਂ ਅਸੀਂ ਉਹਨੂੰ ਇੰਜੀਨੀਅਰ ਕਹਿੰਦੇ ਹਾਂ, ਇੰਜੀਨੀਅਰ ਲਹਿਣਾ ਸਿੰਘ, ਜਿਹਨੇ ਉਹ ਘੜੀ ਉਦੋਂ ਬਣਾਈ ਤੇ ਅੱਜ ਤੱਕ ਕੁਛ ਸ਼ੋਭਿਤ ਹੈ ਪ੍ਰਕਰਮਾਂ ਦੇ ਖੱਬੇ ਹੱਥ। ਕਹਿੰਦਾ ਉਹ ਮੈਂ ਹੈਰਾਨ ਆ। ਮੈਟਕੈਲਫ ਕਹਿੰਦਾ ਦਿਨੇ ਤਾਂ ਸੂਰਜ ਨਾਲ ਟਾਈਮ ਦੇਖ ਲੈਂਦੇ ਨੇ, ਉਹ ਰਾਤ ਨੂੰ ਟਾਈਮ ਕਿਵੇਂ ਦੇਖਦੇ ਆ? ਇੱਕ ਠੀਕ ਸਮੇਂ ਤੇ ਇੱਕ ਆਵਾਜ਼ ਆਉਂਦੀ ਆ ਬੜੀ ਇਲਾਹੀ, ਉਹਦੇ ਉਸ ਟਾਈਮ ਦੇ ਉੱਤੇ ਇਲਾਹੀ ਕੀਰਤਨ ਸ਼ੁਰੂ ਹੋ ਜਾਂਦਾ। ਕਹਿੰਦਾ ਇਹ ਸਮੇਂ ਦੇ ਇੰਨੇ ਪਵਾਉਂਦੇ ਨੇ। ਪੰਜਾਬ ਦੀਆਂ ਸੱਥਾਂ ਦੇ ਵਿੱਚ, ਸਕੂਲਾਂ ਦੇ ਵਿੱਚ ਸੂਰਜੀ ਘੜੀਆਂ ਲੱਗੀਆਂ। ਜਿਹੜੀ ਮੈਟਕੈਲਫ ਨੇ 1809 ਦੀ ਸੰਧੀ ਤੋਂ ਜਾ ਕੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਗੱਲ ਕਹੀ ਕਿ ਸਾਨੂੰ ਵੀ ਟਾਈਮ ਦੇ ਪਾਬੰਦ ਹੋਣਾ ਚਾਹੀਦਾ। ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਦਿੰਦਾ। ਸਾਡੀ ਅੱਜ ਦੀ ਭਾਵਨਾ ਸੀ ਕਿ ਠੀਕ 11 ਵਜੇ ਆਪਾਂ ਇਹ ਸਮਾਗਮ ਸ਼ੁਰੂ ਕਰੀਏ, ਆਪਾਂ ਕੀਤਾ। ਸੋ ਇਹ ਮੈਟਕੈਲਫ ਨੇ ਪੰਜਾਬ 'ਚ 1809 'ਚ ਦੇਖਿਆ ਸੀ। ਦੂਸਰੀ ਗੱਲ, ਮੈਟਕੈਲਫ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਗੱਲ ਕਹੀ ਕਿ ਮਹਾਰਾਜਾ ਰਣਜੀਤ ਸਿੰਘ ਇਸ ਵੇਲੇ 2 ਪ੍ਰੋਜੈਕਟਸ ਤੇ ਕੰਮ ਕਰ ਰਿਹਾ ਹੈ। ਪੰਜਾਬ, ਐਮਪਾਇਰ ਆਫ ਪੰਜਾਬ, ਜਿਹਨੂੰ ਆਪਾਂ ਦਰਬਾਰ ਖਾਲਸਾ ਕਹਿੰਦੇ ਹਾਂ, ਖਾਲਸਾ ਦਰਬਾਰ ਲਾਹੌਰ। ਕਹਿੰਦਾ ਇਸ ਵੇਲੇ ਉਹਦੇ 2 ਮੁੱਖ ਏਜੰਡੇ ਨੇ। ਉਹ ਪਤਾ ਕਿਹੜੇ ਸੀਗੇ?
1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕੈਬਨਿਟ 'ਚ ਮਤਾ ਪਾਸ ਕੀਤਾ ਸੀ ਉਸ ਸੰਧੀ ਤੋਂ ਕੁਝ ਸਮਾਂ ਪਹਿਲਾਂ ਕਿ ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਪੜ੍ਹਾ ਦੇਣਾ ਹੈ, ਹਰ ਮਾਂ, ਹਰ ਪਿਓ, ਹਰ ਬੱਚਾ, ਹਰ ਨਾਗਰਿਕ ਤੱਕ ਵਿੱਦਿਆ ਲੈ ਕੇ ਜਾਣੀ ਹੈ। 1809 ਦੇ ਵਿੱਚ ਕਹਿੰਦਾ ਮੈਟਕੈਲਫ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਕਿਹਾ ਵੀ ਡੋਂਟ ਹੈਵ ਐਲੀਮੈਂਟਰੀ ਐਜੂਕੇਸ਼ਨ ਪ੍ਰੋਜੈਕਟ, ਸਾਡੇ ਕੋਲ ਕੋਈ ਐਕਟ ਹੀ ਨਹੀਂ ਹੈਗਾ ਐਲੀਮੈਂਟਰੀ ਐਜੂਕੇਸ਼ਨ ਐਕਟ, ਤੇ ਉਹ ਸ਼ੁਰੂ ਕਰ ਚੁੱਕਿਆ ਉੱਥੇ, ਵੀ ਮਸਟ ਗੋ ਫॉर दैट। ਤੀਸਰੀ ਗੱਲ ਕਹਿੰਦਾ ਮਹਾਰਾਜਾ ਸਿੰਘ ਦਾ ਦੂਜਾ ਪ੍ਰੋਜੈਕਟ ਇਹ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੈਲਫ ਡਿਫੈਂਸ ਵਿੱਚ ਇੰਨਾ ਮਜ਼ਬੂਤ ਕਰ ਦੇਣਾ ਹੈ। ਉਹਨੇ ਮੈਟਕੈਲਫ ਨੂੰ ਦੱਸਿਆ ਕਿ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਕਿ ਹਰ ਪਿੰਡ ਕੋਲੇ ਅਸਲਾ ਹੋਊਗਾ, ਹਰ ਪਿੰਡ ਵਿੱਚ ਫੌਜ ਹੋਊਗੀ, ਤੇ ਉਹ ਵਲੰਟੀਅਰ ਫੌਜ ਹੋਊਗੀ, ਪੇਡ ਨਹੀਂ ਹੋਊਗੀ। ਉਹ ਆਪਣੇ ਪਿੰਡ ਦੀ ਇੱਜ਼ਤ ਦੀ ਪੱਤ ਦੀ ਰਾਖੀ ਕਰਨ ਦੇ ਅਧਿਕਾਰ ਉਹਦੇ ਕੋਲ ਹੋਣਗੇ, ਤੇ ਉਹ ਮੇਰੇ ਅਧਿਕਾਰ ਨੂੰ ਵੀ ਮੋੜ ਸਕਦੇ ਨੇ ਜੇ ਕਿ ਮੈਂ ਗਲਤ ਕੰਮ ਕਰ ਰਿਹਾ ਹਾਂ। ਤੇ ਮੈਟਕੈਲਫ ਕਹਿੰਦਾ ਵੰਡਰਫੁਲ, ਦ ਪਬਲਿਕ ਵਿਦ ਸੱਚ ਹਾਈ ਕਮਾਂਡ ਦੇ ਕੈਨ ਚੈਲੰਜ ਦ ਕਿੰਗ, they can protect themselves, they have their own decision making body। ਕਹਿੰਦਾ we don't have such kind of structure in Britain, we must think of that। ਕਹਿੰਦਾ ਇਹ ਤਿੰਨ ਗੱਲਾਂ ਉਹਨੇ ਕਹੀਆਂ, ਤੇ ਕਹਿੰਦਾ sorry, ਕਹਿੰਦਾ you started this work in 1809, ਕਹਿੰਦਾ our records speak that by 1830 entire ਪੰਜਾਬ ਸਾਰਿਆਂ ਵਿੱਚ ਇੰਨੀ ਵਿਦਿਆ 100% ਦੇ ਲਗਭਗ 1830 ਦਾ ਡਾਟਾ ਦੱਸਦਾ ਕਿ ਪੰਜਾਬ ਵਿੱਚ ਹਰ ਬਜ਼ੁਰਗ, ਔਰਤ, ਮਾਂ, ਬਾਪ, ਨੌਜਵਾਨ, ਬੱਚਾ ਪੜ੍ਹ ਚੁੱਕਿਆ ਸੀ। ਤੇ ਕਹਿੰਦਾ ਸਾਡੀ ਬ੍ਰਿਟਿਸ਼ ਪਾਰਲੀਮੈਂਟ ਵਿੱਚ 1870 ਵਿੱਚ ਇਹ ਐਕਟ ਆਇਆ, ਵਿਲੀਅਮ ਫੋਸਟਰ ਨੇ, ਜਿਹਨੂੰ ਐਲੀਮੈਂਟਰੀ ਐਜੂਕੇਸ਼ਨ ਐਕਟ ਕਹਿੰਦੇ ਨੇ। ਅਸੀਂ 1870 ਦੇ ਵਿੱਚ ਸੋਚਿਆ ਕਿ ਹੁਣ ਸਾਰੇ ਅੰਗਰੇਜ਼ ਜਿਹੜੇ ਬੱਚੇ ਉਹਨੂੰ ਪੜ੍ਹਾ ਲਈਏ, ਕਿਉਂਕਿ ਪਹਿਲਾਂ ਅਸੀਂ ਕਲੋਨੀਆਂ ਬਣਾਉਣ ਤੇ ਲੱਗੇ ਹੋਏ ਸੀ, ਆਪਣੀਆਂ ਦੱਬ ਲਈਏ ਲੋਕਾਂ ਨੂੰ ਜਾ ਕੇ ਆਪਾਂ। ਕਹਿੰਦਾ ਤੁਸੀਂ 1830 'ਚ ਕੰਮ ਕਰ ਲਿਆ ਸੀ। ਉਹ ਜੋ ਗੱਲ ਸੁਣਾਈ ਜਾ ਰਿਹਾ ਸੀ ਮੇਰੇ ਰੌਂਗਟੇ ਖੜੇ ਹੋ ਰਹੇ ਸੀ, ਮੈਨੂੰ ਨਹੀਂ ਸੀ ਪਤਾ ਇਹ ਸਾਰੀਆਂ ਗੱਲਾਂ ਦਾ। ਮੈਂ ਆਪਣੇ ਆਪ ਨੂੰ ਸਮਝਦਾ ਸੀ ਮੈਂ ਬਹੁਤ ਪੜ੍ਹਦਾ, ਪਰ ਮੈਨੂੰ ਇਹ ਕਿਤੇ ਮੈਨੂੰ ਪੜ੍ਹਨ ਨੂੰ ਨਹੀਂ ਸੀ ਮਿਲਿਆ। ਫਿਰ ਕਹਿੰਦਾ ਅਸੀਂ 1849 ਦੇ ਵਿੱਚ ਥੋੜ੍ਹਾ ਪੰਜਾਬ ਨੂੰ ਦੱਬ ਲਿਆ। ਪਹਿਲਾ ਕੰਮ ਅਸੀਂ ਕੀ ਕੀਤਾ, ਕਹਿੰਦਾ ਅਸੀਂ ਕਿੰਗਸ ਕਾਲਜ ਲੰਡਨ ਦਾ ਇੱਕ ਪ੍ਰੋਫੈਸਰ GW ਲੈਟਨਰ, ਉਹਨੂੰ ਈਸਟ ਇੰਡੀਆ ਕੰਪਨੀ ਨੇ ਅਪਰੋਚ ਕੀਤਾ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਖਤਮ ਕਰਨਾ, ਵੀ ਨੀਡ ਯੂਰ ਹੈਲਪ। ਉਹ ਬੰਦਾ ਸੀ ਡਾਕਟਰ ਲੈਟਨਰ, ਜਿਹੜਾ 50 ਭਾਸ਼ਾਵਾਂ ਪਾਣੀ ਵਾਂਗੂ ਬੋਲਦਾ ਸੀ। ਆਪਾਂ ਨੂੰ 4 ਤੋਂ ਵੱਧ ਨਹੀਂ ਆਉਂਦੀਆਂ ਹੁੰਦੀਆਂ, ਆਮ ਤੌਰ ਤੇ 3 ਹੀ ਆਉਂਦੀਆਂ ਹੁੰਦੀਆਂ। ਜਿਹੜਾ 50 ਭਾਸ਼ਾਵਾਂ ਪਾਣੀ ਵਾਂਗੂ ਬੋਲਦਾ ਸੀ, ਉਹਨੂੰ ਪੁੱਛਿਆ ਈਸਟ ਇੰਡੀਆ ਕੰਪਨੀ ਨੇ ਕਿ ਪੰਜਾਬ ਦਾ ਐਜੂਕੇਸ਼ਨ ਸਿਸਟਮ ਖਤਮ ਕਰਨਾ ਹੈ, ਕਿੰਨਾ ਸਮਾਂ ਲਏਗਾ, ਕਿੰਨੇ ਪੈਸੇ ਲਏਗਾ। ਕਹਿੰਦਾ ਮੈਨੂੰ ਜਾ ਕੇ ਦੇਖ ਤੇ ਲੈਣ ਦੋ ਹੈ ਕੀ ਹੈ। ਲੈਟਨਰ ਇੱਥੇ ਆਇਆ, ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹਿਸਟਰੀ ਆਫ ਇੰਡੀਜੀਨਸ ਐਜੂਕੇਸ਼ਨ ਸਿੰਸ ਐਨੈਕਸੇਸ਼ਨ ਐਂਡ ਇਨ 1882। ਦੱਸਦਾ ਕਹਿੰਦਾ ਐਡਾ ਸਟਰੋਂਗ ਐਜੂਕੇਸ਼ਨ ਸਿਸਟਮ ਪੰਜਾਬ ਦੇ ਵਿੱਚ ਸਥਾਪਿਤ, ਹਰ ਮੰਦਰ ਨਾਲ ਇੱਕ ਸਕੂਲ ਹੁੰਦਾ ਸੀ, ਹਰ ਮਸੀਤ ਨਾਲ ਇੱਕ ਸਕੂਲ ਹੁੰਦਾ ਸੀ, ਹਰ ਗੁਰਦੁਆਰੇ ਨਾਲ ਇੱਕ ਸਕੂਲ ਹੁੰਦਾ ਸੀ। ਕਹਿੰਦਾ ਖਾਲਸਾ ਦਰਬਾਰ ਲਾਹੌਰ ਮੁਸਲਮਾਨਾਂ ਨੂੰ ਮਸੀਤ ਬਣਾਉਣ ਦੀ ਆਗਿਆ ਉਦੋਂ ਤੱਕ ਨਹੀਂ ਸੀ ਦਿੰਦਾ ਜਦੋਂ ਤੱਕ ਨਾਲ ਸਕੂਲ ਨਹੀਂ ਸੀ ਬਣਾ ਲੈਂਦੇ। ਹਿੰਦੂਆਂ ਨੂੰ ਮੰਦਰ ਬਣਾਉਣ ਦੀ ਆਗਿਆ ਉਦੋਂ ਤੱਕ ਨਹੀਂ ਸੀ ਮਿਲਦੀ ਜਦੋਂ ਤੱਕ ਸਕੂਲ ਨਹੀਂ ਬਣਾ ਲੈਂਦੇ। ਤੇ ਸਿੱਖਾਂ ਉਦੋਂ ਗੁਰਦੁਆਰੇ ਨਹੀਂ ਸੀ ਹੁੰਦੇ, ਸਿੱਖਾਂ ਦੀ ਧਰਮਸ਼ਾਲਾ ਹੁੰਦੀ ਸੀ, ਤੇ ਸਿੱਖਾਂ ਨੂੰ ਵੀ ਧਰਮਸ਼ਾਲਾ ਬਣਾਉਣ ਦੀ ਆਗਿਆ ਨਹੀਂ ਸੀ ਹੁੰਦੀ ਜਦੋਂ ਤੱਕ ਸਕੂਲ ਨਹੀਂ ਖੜਾ ਕਰ ਦਿੰਦੇ। ਐਡਾ ਐਜੂਕੇਸ਼ਨ ਸਿਸਟਮ। ਕਹਿੰਦਾ ਸਰ ਦਿਸ ਇਜ਼ ਨੋਟ ਸੋ ਈਜ਼ੀ ਟਾਸਕ। ਕਹਿੰਦਾ 50 ਸਾਲ ਲੱਗਣਗੇ। ਲੈਟਨਰ ਕਹਿੰਦਾ ਇਹਨੂੰ ਕੱਟਣ ਵਾਸਤੇ। ਕਹਿੰਦਾ ਐਡਾ ਕਹਿੰਦਾ ਮੋਰਲ ਐਜੂਕੇਸ਼ਨ ਵਾਜ਼ ਦਾ ਫਾਊਂਡੇਸ਼ਨ ਆਫ ਦਾ ਐਜੂਕੇਸ਼ਨ ਸਿਸਟਮ। ਕਹਿੰਦਾ ਇੱਕ ਬੰਦਾ ਤੋਪ ਹੈ। ਈਸਟ ਇੰਡੀਆ ਕੰਪਨੀ ਕਹਿੰਦੀ ਲੈਟਨਰ ਟੇਕ 50 years, we have to totally cripple the education system of ਪੰਜਾਬ। ਇਹਦੇ ਬਿਨਾਂ ਸਾਡੀ ਗੱਡੀ ਨਹੀਂ ਚੱਲਣੀ। ਲੈਟਨਰ ਕਹਿੰਦਾ ਠੀਕ ਹੈ ਜੀ, ਅਸੀਂ 50 ਸਾਲਾਂ ਲਈ ਮੰਨਦੇ ਹੋ ਤਾਂ ਮੈਂ ਰੈਡੀ ਹਾਂ। ਕਿੰਗਸ ਕਾਲਜ ਲੰਡਨ ਦਾ ਉਹ ਪ੍ਰੋਫੈਸਰ ਸੀ, ਮੈਂ ਉਸ ਕਾਲਜ ਵਿੱਚ ਜਾ ਕੇ ਉਹਦਾ ਉਹ ਕਮਰਾ ਦੇਖ ਕੇ ਆਇਆ ਜਿੱਥੇ ਉਹ ਬਹਿੰਦਾ ਸੀ। ਉਹਨਾਂ ਪ੍ਰੋਫੈਸਰਾਂ ਨੂੰ ਮਿਲ ਕੇ ਆਇਆ, ਉਹੀ ਗੋਰਾ ਮੈਨੂੰ ਉੱਥੇ ਲੈ ਕੇ ਗਿਆ। ਤੇ ਉਹ ਜਦੋਂ ਇੱਥੇ ਉਤਰਿਆ ਤੇ ਉਹਦੀ ਕਿਤਾਬ ਹਿਸਟਰੀ ਆਫ ਇੰਡੀਜੀਨਸ ਐਜੂਕੇਸ਼ਨ ਸਿੰਸ ਐਨੈਕਸੇਸ਼ਨ ਐਂਡ ਇਨ 1882, ਇਹ ਉਸ ਕਿਤਾਬ ਦਾ ਟਾਈਟਲ ਹੈ। ਤੇ ਉਹਦੇ ਵਿੱਚ ਸਾਰੀ ਗਾਥਾ ਨੂੰ ਲਿਖਦਾ। ਉਹਨੂੰ ਪਹਿਲਾਂ ਲਾਇਆ ਗਿਆ, ਆਪਣੀ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਹੁੰਦਾ ਨਾ, ਉਦੋਂ ਪੋਜੀਸ਼ਨ ਸੀਗੀ ਇੰਸਪੈਕਟਰ ਜਨਰਲ ਸਕੂਲਸ, ਡਿਸਟ੍ਰਿਕਟ ਇੰਸਪੈਕਟਰ ਜਨਰਲ ਸਕੂਲਸ। ਉਹਨੂੰ ਅੰਮ੍ਰਿਤਸਰ ਦਾ ਡਿਸਟ੍ਰਿਕਟ ਇੰਸਪੈਕਟਰ ਜਨਰਲ ਸਕੂਲ ਲਾਇਆ ਗਿਆ। ਫਿਰ ਇਹੀ ਬੰਦਾ ਗਵਰਨਮੈਂਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਬਣਿਆ। ਇਹੀ ਬੰਦਾ ਯੂਨੀਵਰਸਿਟੀ ਆਫ ਲਾਹੌਰ ਦਾ ਫਾਊਂਡਰ ਬਣਿਆ। ਇਹੀ ਬੰਦਾ ਬ੍ਰਿਟਿਸ਼ ਹਾਈ ਕਮਿਸ਼ਨ ਆਫ ਐਜੂਕੇਸ਼ਨ ਨੂੰ ਚੇਅਰ ਕਰਦਾ ਰਿਹਾ। ਉਹਦੇ ਸਾਰੀ ਗਾਥਾ ਲਿਖਦਾ ਕਿ ਮੈਂ ਕਿਵੇਂ ਕੰਮ ਕੀਤਾ। ਉਹ ਕਹਿੰਦਾ ਮੈਂ 50 ਸਾਲਾਂ ਲਈ ਆਇਆ ਸੀ, ਪਰ ਮੈਂ 33 ਸਾਲਾਂ ਵਿੱਚ ਇਹ ਕੰਮ ਨੂੰ ਪੂਰੀਆਂ ਕਰ ਲਿਆ। ਸਰਕਾਰ ਨੇ ਮੈਨੂੰ ਬਹੁਤ ਸਪੋਰਟ ਕੀਤੀ। 1882 ਵਿੱਚ ਉਹਨੇ ਲਿਖ ਕੇ ਦੇ ਦਿੱਤਾ ਸੀ ਕਿ ਕੱਲੇ ਪਿੰਡਾਂ ਦੀਆਂ ਕਹਾਣੀਆਂ, ਕਿ ਇਸ ਪਿੰਡ ਦੀ, ਇੱਕ ਪਿੰਡ ਨੂੰ ਉਹ ਕੋਟ ਕਰਦਾ ਸਿਆਲਕੋਟ ਦਾ ਪਿੰਡ ਚੂੜ ਚੱਕ, ਕਹਿੰਦਾ ਇਸ ਪਿੰਡ ਦੀ 1500 ਦੀ ਆਬਾਦੀ ਹੈ ਤੇ 1849 ਵਿੱਚ 1500 ਦੇ 1500 ਪੜ੍ਹੇ ਲਿਖੇ ਸੀ। ਰਾਣੀ ਨੂੰ ਕਹਿੰਦਾ ਅੱਜ ਉਹਦੇ 1500 ਵਿੱਚੋਂ ਸਿਰਫ 11 ਬੰਦੇ ਪੜ੍ਹੇ ਲਿਖੇ ਨੇ। ਖੁਸ਼ ਆ ਮੇਰੇ ਕੰਮ ਤੋਂ। ਆਈ ਵਰਕਡ ਫॉर 33 years। ਧੰਨਵਾਦ ਕਰਦਾ ਕਿ ਤੁਸੀਂ 1858 'ਚ ਮੇਰੀ ਬਹੁਤ ਮਦਦ ਕੀਤੀ। ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਪੰਜਾਬ ਦੇ ਘਰ ਵਿੱਚੋਂ ਮੈਨੂੰ ਫੌਜ ਚਾਹੀਦੀ ਹੈ, ਕਾਹਦੇ ਵਾਸਤੇ? ਇੱਕ ਡਾਕੂਮੈਂਟ ਹੈ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਇੱਕ ਆਰਡਰ ਹੋਇਆ ਸੀ ਕਿ ਪੰਜਾਬੀਆਂ ਦੇ ਘਰਾਂ ਦੇ ਵਿੱਚ ਅਸਲਾ ਆ, ਬੰਦੂਕਾਂ ਨੇ, ਗੰਡਾਸੇ ਨੇ, ਕਿਰਪਾਨਾਂ ਨੇ, ਸਰਕਾਰ ਨੂੰ ਜਮ੍ਹਾਂ ਕਰਾ ਦਿਓ। ਸਰਕਾਰ ਪ੍ਰਤੀ ਸ਼ਸਤਰ 3 ਆਨੇ ਦਊਗੀ ਤੇ ਜਿਨ੍ਹਾਂ ਦੇ ਘਰਾਂ 'ਚ ਕੈਦੇ ਨੇ ਪ੍ਰਤੀ ਕੈਦਾ 6 ਆਨਾ ਦਊਗੀ, ਜਮ੍ਹਾਂ ਕਰਾ ਦਿਓ। ਕੈਦੇ ਦਾ ਮੁੱਲ 6 ਆਨੇ। ਉਹਨੇ ਧੰਨਵਾਦ ਕੀਤਾ, ਤੁਸੀਂ ਮੇਰੀ ਹੈਲਪ ਕੀਤੀ। ਕਹਿੰਦਾ ਪੰਜਾਬ ਦੇ ਇੱਕ ਪਿੰਡ ਦਾ ਇੱਕ ਘਰ ਦੀ ਤਲਾਸ਼ੀ ਲੈ ਕੇ ਉਹ ਕੈਦੇ ਇਕੱਠੇ ਕੀਤੇ ਗਏ ਤੇ ਸਾੜ ਦਿੱਤੇ ਗਏ। ਮੈਂ ਬੜੀ ਤੀਬਰਤਾ ਨਾਲ, ਬੜੀ ਜਿਗਿਆਸਾ ਨਾਲ ਉਹਨੂੰ ਸੁਣ ਰਿਹਾ ਸੀ। ਮੈਨੂੰ ਯਾਦ ਹੈ ਮੇਰੇ ਮੱਥੇ ਤੇ ਤਰੇੜੀਆਂ ਆ ਰਹੀਆਂ ਸਨ ਜਦੋਂ ਮੈਨੂੰ ਸਭ ਕੁਝ ਸੁਣਾ ਰਿਹਾ ਸੀ। ਮੈਂ ਸਵਾਲ ਕੀਤਾ, ਮੈਂ ਕਿਹਾ ਸਰ ਉਹਨਾਂ ਕੈਦਿਆਂ ਵਿੱਚ ਇਹੋ ਜਿਹਾ ਕੀ ਸੀ ਕਿ ਤੁਹਾਨੂੰ ਉਹਦਾ ਮੁੱਲ 6 ਆਨੇ ਰੱਖਣਾ ਪੈ ਗਿਆ? ਕਹਿੰਦਾ ਡਾਕਟਰ ਸਿੰਘ, those primers were based on your Guru Granth Sahib. The vocabulary was from Shri Guru Granth Sahib.
those primers for attaching each and every children, whether in the Muslim schools, Sikh schools, Hindu schools, to Guru Granth Sahib, because Guru Granth Sahib is a source of positivity. ਉਹ ਕੈਦੀਆਂ ਨੂੰ ਸਾੜਿਆ ਤੇ ਉਹ ਗੱਲਾਂ ਸੁਣਾ ਰਿਹਾ ਸੀ। ਮੈਂ ਕਿਹਾ ਹੋਰ, ਕਹਿੰਦਾ ਜਿਹੜਾ ਤੁਹਾਡਾ ਉਹ ਸਿਸਟਮ ਸੀਗਾ ਨਾ, ਤੁਹਾਡੀ ਇਕਨੋਮੀ ਸੀਗੀ ਉਹ ਇੰਨੀ ਸਟਰੋਂਗ ਸੀਗੀ, ਕਹਿੰਦਾ ਉਸ ਵੇਲੇ ਪੰਜਾਬ ਦੇ ਸਿੱਕੇ ਦੀ ਕੀਮਤ ਸਾਡੇ ਸਿੱਕੇ ਨਾਲੋਂ 12-13 ਗੁਣਾ ਵੱਧ ਸੀ, ਇਸੇ ਕਰਕੇ ਯੂਰਪ ਦੇ ਲੋਕ ਤੁਹਾਡੇ ਉੱਥੇ ਜਾ ਕੇ ਨੌਕਰੀਆਂ ਕਰਦੇ ਸੀ, ਤਰਸਦੇ ਸੀ ਕਿ ਖਾਲਸਾ ਦਰਬਾਰ ਵਿੱਚ ਸਾਨੂੰ ਨੌਕਰੀ ਮਿਲ ਜਾਵੇ। ਇਹ ਕੀ ਸੀਗਾ? ਵਾਟ ਵਾਸ ਦਿਸ? ਐਡੀ ਸਾਡੀ ਸਟਰੋਂਗ ਇਕਨੋਮੀ, ਐਡਾ ਸਾਡਾ ਜ਼ਬਰਦਸਤ ਢਾਂਚਾ, ਤੇ ਪਿਆਰ ਵਾਲਿਓ ਆਪਣੀ ਵਿਰਾਸਤ ਦੇ ਉੱਤੇ ਮਾਣ ਕਰੀਏ, ਅਸੀਂ ਉਹਨੂੰ ਮੁੜ ਸੁਰਜੀਤ ਕਰਨਾ ਹੈ।